ਸੁਖਮਨੀ ਸਾਹਿਬ ਦੀ 13ਵੀਂ ਅਸ਼ਟਪਦੀ ਦੀ ਵਿਚਾਰ ਅੱਜ ਆਪਾਂ ਆਰੰਭ ਕਰਨੀ ਹੈ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਅਸੀਸ ਬਖਸ਼ੋ, ਪਿਆਰ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਪਾਵਨ ਅਸ਼ਟਪਦੀ ਹੈ, इस पावन अष्टपदी अंदर संत जनां की निंदिया करने वाले मन मुखां का जिक्र किया है सतगुरु ने कि जिहड़े मनमुख निंदक हैं, भले पुरुषां की निंदिया करते हैं अते किस तरीके नाल अपना जीवन जिहड़ा है वो गवा लेंदे हन। कीमती मिले हुए सवासां की पूंजी नूं अजाई व्यर्थ गवा लेंदे ने। तां सतगुरु सच्चे पातशाह जी ने इस सारी अष्टपदी अंदर उन्हां मनमुखां निंदकां दा जिक्र कीता है। आरंभता विच महाराज सलोक अंदर रहमत करदे ने। सलोक संत शरण जो जन परै, सो जन उदरण हार। संत की निंदा नानका, बहुर बहुर अवतार। इन्हां दो पावन पंक्तियां अंदर दो विचारां जिहड़ियां हन मुख रूप विच समझण वालियां ने। पहला जो बचन है महाराज ने कीता है, संत शरण जो जन परै। संत दी परिभाषा की है? तां बाणी अंदर ही महाराज ने किसी विशेष व्यक्ति नूं जिन्ने को पहरावा बनाया होवे उन्होंने संत नहीं किया। कोई एक भेख बना के पहरावा पा के या कोई पाटियां लीरां पहन के इहो जिहा कोई स्वरूप बना के समाज दे विच विचरदा है ते अपने आप नूं संत कहाउंदा है, वो संत नहीं है। तो संत की पहचान की है? महाराज आखदे ने, जिन्ना सास गिरास ना विसरै, हर नामा मन मंत। जिन्ना नूं अकाल पुरख सवास ग्रास विसरदा नहीं। साह आउंदा है तां वी रब नूं याद रखदे ने, साह जांदा है तां वी रब नूं याद रखदे ने। गिरास का अर्थ की है? गिरास का भाव है भी ग्राही खांदियां होइयां भी रब नहीं भुलदा। मुख विच ग्राही पाईए ते तां वी अकाल पुरख चेते है। हरि नाम का मंत्र उन्हां दे हिरदे विच पक्का हुंदा है। उन्हां नूं कदी रब भुलदा नहीं, विसरदा नहीं। धन से सही नानका, पूर्ण सोई संत। ऐसे धन ने वो महापुरुष जिहड़े रब की कमाई करके ते अपने जीवन नूं सफला कर लेंदे ने। संत कदी ये कहंदा नहीं भी मैं संत हाँ, ना ही संत कदी जताउंदा है भी मैनूं कोई संत कवे। ना उन्हें कोई भेख बनाउणा एक विशेष तरह का भी मैं लोकां विच इंज लगा भी हाँ कोई विशेष उपाधि रखदा हाँ। बल्कि संत का सुभाव तो है सारियां नूं इक्को जिहा जानना, सोने मिट्टी विच कोई फर्क नहीं समझना। ऊच नीच भेदभाव तो उच्चियां उठ के वो अपने जीवन नूं जिउंदा है। गुरु ग्रंथ साहिब की बाणी विच इहो जे नाम अभ्यासी, नाम की कमाई करन वाले पुरखां का जिक्र हुंदा है, जिन्हां दीयां अवस्थावां का जिक्र किया है। किसी पहरावे करके नहीं।
ਬਲਕਿ ਇੱਕ ਅਵਸਥਾ ਅੰਦਰ ਦੀ ਬਣ ਜਾਂਦੀ ਹੈ ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਕਿਤੇ ਗਿਆਨੀ ਆਖਿਆ, ਕਿਤੇ ਬ੍ਰਹਮ ਗਿਆਨੀ ਆਖਿਆ, ਕਿਤੇ ਗੁਰਮੁਖ ਆਖਿਆ, ਕਿਤੇ ਸਾਧ ਆਖਿਆ, ਕਿਤੇ ਸੰਤ ਆਖਿਆ। ਇਹ ਵੱਖ-ਵੱਖ ਸ਼ਬਦ ਜਿਹੜੇ ਹਨ ਉਹ ਵਰਤੇ ਗਏ ਨੇ ਧਰਮ ਦੀ ਦੁਨੀਆ ਅੰਦਰ। ਪਰ ਇਹ ਜਿੰਨੇ ਵੀ ਮੈਂ ਨਾਮ ਲਏ ਨੇ, ਕੋਈ ਸੰਤ, ਸਾਧ, ਗੁਰਮੁਖ, ਇਹ ਇਹਨਾਂ ਦੀ ਅਵਸਥਾ ਅੰਦਰੋਂ ਇੱਕ ਹੋ ਜਾਂਦੀ ਹੈ ਔਰ ਇਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਦੁਨੀਆ ਦੇ ਅੰਦਰ। ਇਸ ਤੋਂ ਸਿਵਾ ਇਹਨਾਂ ਦਾ ਹੋਰ ਕੋਈ ਮਨੋਰਥ ਨਹੀਂ। ਉਹ ਮਨੋਰਥ ਕੀ ਹੈ? ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਇਹ ਦੂਜਿਆਂ ਵਾਸਤੇ ਪੂਰਨੇ ਪਾਉਂਦੇ ਨੇ, ਦੂਜਿਆਂ ਨੂੰ ਰਾਹ ਵਿਖਾਉਂਦੇ ਨੇ। ਔਰ ਇਹਨਾਂ ਦੀ ਸਮਾਜ ਦੇ ਅੰਦਰ ਗਿਣਤੀ ਵੀ ਬਹੁਤ ਥੋੜ੍ਹੀ ਹੁੰਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਇੱਕ ਬਚਨ ਵਿਚਾਰਦੇ ਹਾਂ। ਗੁਰਦੇਵ ਨੇ ਉੱਥੇ ਰਹਿਮਤ ਕੀਤੀ ਹੈ, ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ। ਇੱਥੇ ਤੇ ਬੰਦਾ ਰੋਜ਼ ਮਾਇਆ ਦੇ ਕਾਰਨ ਭਟਕਣਾ ਵਿੱਚ ਪਿਆ ਹੋਇਆ ਹੈ। ਔਰ ਨਾਲ ਬਚਨ ਕੀਤਾ, ਕੋਟਣ ਮੈਂ ਨਾਨਕ ਕੋ ਨਾਰਾਇਣ ਜੈ ਚੀਤ। ਕਰੋੜਾਂ ਵਿੱਚੋਂ ਕੋਈ ਇੱਕ ਹੈ ਜਿੰਦਾ ਚਿੱਤ ਅਕਾਲ ਪੁਰਖ ਨਾਲ ਜੁੜਿਆ, ਤੇ ਜਿੰਦਾ ਚਿੱਤ ਅਕਾਲ ਪੁਰਖ ਨਾਲ ਜੁੜ ਗਿਆ ਫਿਰ ਅਕਾਲ ਪੁਰਖ ਤੇ ਉਸ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਫਿਰ ਰੱਬ ਤੇ ਰੱਬ ਦੀ ਬੰਦਗੀ ਕਰਨ ਵਾਲੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਫਿਰ ਤਾਂ ਜੋ ਸੰਤ ਕਵੇ, ਜੋ ਸਾਧ ਕਵੇ, ਜੋ ਬ੍ਰਹਮ ਗਿਆਨੀ ਕਵੇ, ਉਹਦੇ ਮੁਖ ਤੋਂ ਨਿਕਲਿਆ ਹੋਇਆ ਇੱਕ ਇੱਕ ਬੋਲ ਸੱਤ ਹੋ ਜਾਂਦਾ ਹੈ। ਕਿਉਂਕਿ ਪਰਮੇਸ਼ਰ ਅਤੇ ਉਹਦੇ ਵਿੱਚ ਕੋਈ ਫਰਕ, ਕੋਈ ਭੇਦ ਨਹੀਂ ਰਹਿ ਜਾਂਦਾ, ਕੋਈ ਅੰਤਰ ਨਹੀਂ ਰਹਿ ਜਾਂਦਾ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਰਹਿਮਤ ਕੀਤੀ ਹੈ, ਅਗਰ ਕੋਈ ਸੰਤ ਜਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸੋ ਜਨ ਉਧਰਨ ਹਾਰ। ਸੰਤ ਜਨ ਫਿਰ ਉਹਨੂੰ ਮਾਇਆ ਜਿਹੜੀ ਭਟਕਣਾ ਵਿੱਚ ਪਾਈ ਰੱਖਦੀ, ਉੱਥੋਂ ਕੱਢ ਕੇ ਫਿਰ ਉਹ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਦਿੰਦੇ ਨੇ। ਕਿਉਂਕਿ ਅਕਾਲ ਪੁਰਖ ਸੰਤ ਜਨਾਂ ਦੀ ਗੱਲ ਨੂੰ ਮੰਨਦਾ ਹੈ। ਦੁਨੀਆ ਅੰਦਰ ਕਿੰਨਾ ਵੀ ਮਾੜਾ ਮਨੁੱਖ ਕਿਉਂ ਨਾ ਹੋਵੇ, ਪਰ ਜੇ ਭਲੇ ਪੁਰਸ਼ਾਂ ਦੀ ਸ਼ਰਨ ਵਿੱਚ ਆ ਜਾਵੇ, ਭਲੇ ਪੁਰਸ਼ਾਂ ਦੀ ਕਹੀ ਹੋਈ ਗੱਲ ਨੂੰ ਰੱਬ ਵੀ ਜਿਹੜਾ ਹੈ ਨਹੀਂ ਕੱਟ ਸਕਦਾ। ਆਪਾਂ ਤੇ ਸਮਾਜ ਵਿੱਚ ਹੀ ਵੇਖਦੇ ਹਾਂ, ਜਿਸ ਬੰਦੇ ਨੇ ਜ਼ੁਰਮ ਕੀਤਾ ਹੋਵੇ, ਮਾੜਾ ਕੰਮ ਕੀਤਾ ਹੋਵੇ, ਤੇ ਕਚਹਿਰੀ ਵਿੱਚ, ਥਾਣੇ ਵਿੱਚ ਅਸੀਂ ਕਹਿੰਦੇ ਹਾਂ ਕੋਈ ਇਹੋ ਜਿਹਾ ਬੰਦਾ ਜਿਹੜਾ ਜ਼ਮਾਨਤੀ ਲੈ ਕੇ ਆਓ, ਜਿਹੜਾ ਬੰਦਾ ਵਿਸ਼ਵਾਸ ਵਾਲਾ, ਇਲਾਕੇ ਵਿੱਚ ਰਸੂਖ ਰੱਖਣ ਵਾਲਾ ਹੋਵੇ, ਤਾਂ ਅਸੀਂ ਉਸ ਵਿਅਕਤੀ ਨੂੰ ਲੈ ਕੇ ਆਉਂਦੇ ਹਾਂ ਜਿਹਦੀ ਸਮਾਜ ਦੇ ਵਿੱਚ ਇੱਜ਼ਤ ਹੁੰਦੀ ਹੈ, ਮਾਣ ਹੁੰਦਾ ਹੈ। ਉਹ ਫਿਰ ਆ ਕੇ ਜੇ ਕਹਿ ਦੇਵੇ ਨਾ ਭਾਈ ਇਹਨੂੰ ਛੱਡ ਦਿਓ, ਮੈਂ ਜ਼ਿੰਮੇਵਾਰ ਹਾਂ, ਤੇ ਉਹਨੂੰ ਉਸੇ ਵੇਲੇ ਛੱਡ ਦਿੱਤਾ ਜਾਂਦਾ ਹੈ। ਭਲੇ ਪੁਰਸ਼ ਜਿਹੜੇ ਹਨ ਉਹ ਰੱਬ ਦੇ ਦਰ 'ਤੇ ਗਵਾਹੀ ਦਿੰਦੇ ਨੇ, ਤੇ ਰੱਬ ਉਹਨਾਂ ਦੀ ਗੱਲ ਨੂੰ ਸਵੀਕਾਰ ਕਰਦਾ ਹੈ, ਰੱਬ ਮੰਨ ਲੈਂਦਾ ਹੈ। ਕਿਉਂਕਿ ਮਹਾਰਾਜ ਆਖਦੇ ਨੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਸੰਤ ਜਨਾਂ ਦਾ ਤੂੰ ਹੈ ਤੇ ਸੰਤ ਜਨ ਤੇਰੇ ਹਨ, ਤੇ ਤੇਰੇ ਤੇ ਉਹਨਾਂ ਵਿੱਚ ਕੋਈ ਫਰਕ ਹੀ ਨਹੀਂ, ਕੋਈ ਅੰਤਰ ਨਹੀਂ। ਜੇ ਕੋਈ ਸੰਤ ਕਹਿ ਰਿਹਾ, ਕੋਈ ਬ੍ਰਹਮ ਗਿਆਨੀ ਬਚਨ ਕਰ ਰਿਹਾ, ਤਾਂ ਉਹ ਰੱਬ ਦੇ ਹੀ ਸਮਝੋ ਬਚਨ ਨੇ। ਉਹਨੇ ਕਦੀ ਇਹੋ ਜਿਹਾ ਬਚਨ ਕਰਨਾ ਹੀ ਨਹੀਂ ਜਿਹੜਾ ਰੱਬ ਤੋਂ ਉਲਟ ਹੋਵੇ। ਇੱਕ ਹੋਰ ਬਚਨ ਸਾਂਝਾ ਕਰ ਲਈਏ। ਰੱਬੀ ਬਾਣੀ ਅੰਦਰ ਮਹਾਰਾਜ ਆਖਦੇ ਨੇ ਵੀ ਸੰਤ ਜਨ ਇਸ ਦੁਨੀਆ ਦੇ ਅੰਦਰ ਜਿਹੜਾ ਕੰਮ ਕਰਦੇ ਨੇ, ਤੇ ਅਕਾਲ ਪੁਰਖ ਜਿਹੜਾ ਕੰਮ ਕਰ ਰਿਹਾ ਹੈ, ਇਹ ਦੋ ਐਸੀਆਂ ਹਸਤੀਆਂ ਨੇ, ਇੱਕ ਅਕਾਲ ਪੁਰਖ ਤੇ ਦੂਜਾ ਸੰਤ। ਦੋਵੇਂ ਹੀ ਸੇਵਾਕਾਰ ਨੇ। ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਇੱਕ ਸੰਤ ਸੇਵਾ ਕਰ ਰਿਹਾ, ਇੱਕ ਅਕਾਲ ਪੁਰਖ ਰਮਿਆ ਹੋਇਆ ਪ੍ਰਭੂ ਵੀ ਸੇਵਾ ਕਰ ਰਿਹਾ ਕਾਇਨਾਤ ਦੀ, ਪਰ ਦੋਵੇਂ ਹੀ ਕਾਰਜ ਇੱਕੋ ਹੀ ਕਰ ਰਹੇ ਨੇ।
ਜਿਹੜਾ ਕਾਰਜ ਰੱਬ ਕਰ ਰਿਹਾ ਹੈ, ਸੰਤਾਂ ਪਾਸੋਂ ਕਰਵਾ ਰਿਹਾ ਹੈ, ਮਕਸਦ ਇੱਕੋ ਹੀ ਹੈ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸੰਤ ਜਨ ਜਿਹੜੇ ਹਨ ਉਹ ਭਟਕੇ ਹੋਏ ਲੋਕਾਂ ਨੂੰ ਨਾਮ ਨਾਲ ਜੋੜ ਕੇ ਤੇ ਅਕਾਲ ਪੁਰਖ ਚਰਨਾਂ ਨਾਲ ਜੋੜ ਦਿੰਦੇ ਨੇ। ਅੱਗੋਂ ਅਕਾਲ ਪੁਰਖ ਉਹਨਾਂ ਵਿਛੜਿਆਂ ਹੋਇਆਂ ਨੂੰ ਚਰਨਾਂ ਨਾਲ ਜੋੜ ਕੇ ਮੁਕਤ ਕਰ ਦਿੰਦਾ ਹੈ। ਹੁਣ ਸੰਤ ਜਨ ਤੇ ਆਏ ਜੀਵਾਂ ਨੂੰ ਮੁਕਤ ਕਰਾਉਣ ਵਾਸਤੇ ਨੇ। ਇਸ ਕਰਕੇ ਮਹਾਰਾਜ ਨੇ ਆਖਿਆ, ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ। ਉਹ ਤੇ ਆਪ ਕਿਸੇ ਬੰਧਨ ਵਿੱਚ ਨਹੀਂ, ਬਲਕਿ ਬੰਧਨਾਂ ਵਿੱਚ ਪਏ ਹੋਏ ਜੀਵਾਂ ਨੂੰ ਛਡਾਉਣ ਆਏ ਨੇ। ਤਾਂ ਜਿਹੜਾ ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਗਿਆ, ਯਾਦ ਰੱਖਣਾ, ਫਿਰ ਉਹਨਾਂ ਨੂੰ ਬਚਾ ਲਿਆ। ਇਤਿਹਾਸ ਦੇ ਵਿੱਚ ਬੜੀਆਂ ਮਿਸਾਲਾਂ ਐਸੀਆਂ ਮਿਲਦੀਆਂ ਨੇ। ਗੁਰੂ ਪਾਤਸ਼ਾਹ ਜਿੱਥੇ ਜਿੱਥੇ ਗਏ ਉੱਥੇ ਮਹਾਰਾਜ ਨੇ ਗੁਰਮੁਖਾਂ ਦੀ ਸੰਗਤ ਜਿਹੜੀ ਹੈ ਉਹ ਬਣਾ ਦਿੱਤੀ ਤੇ ਉਹਨਾਂ ਦਾ ਇੱਕ ਮੁਖੀ ਥਾਪ ਦਿੱਤਾ। ਮੁਖੀ ਕਿਹਨੂੰ ਥਾਪਿਆ? ਜਿਹੜਾ ਪੂਰਨ ਗੁਰੂ ਨੂੰ ਸਮਰਪਿਤ ਹੋ ਗਿਆ। ਹੁਣ ਭਾਈ ਮਰਦਾਨਾ ਜੀ ਨੂੰ ਵੇਖੋਗੇ, ਉਹਨਾਂ ਵਰਗਾ ਸੰਤ ਤੁਹਾਨੂੰ ਮਿਲਣਾ ਕਿਤੇ। ਹੁਣ ਗੁਰੂ ਪਾਤਸ਼ਾਹ ਜੀ ਜਿੱਥੇ ਗਏ ਉੱਥੇ ਕੋਈ ਇਹੋ ਜਿਹਾ ਯੋਗ ਪੁਰਖ ਥਾਪ ਦਿੱਤਾ ਜਿਹੜਾ ਗੁਰੂ ਨੂੰ ਸਮਰਪਿਤ ਹੋ ਗਿਆ। ਸਮਰਪਣ ਹੋਣ ਵਾਲੀ ਭਾਵਨਾ ਹੀ ਅਸਲ ਵਿੱਚ ਸੰਤ ਦੀ ਭਾਵਨਾ ਹੈ, ਬ੍ਰਹਮ ਗਿਆਨੀ ਦੀ ਭਾਵਨਾ ਹੈ। ਤਾਂ ਮਹਾਰਾਜ ਬੜੀ ਕਿਰਪਾ ਕੀਤੀ ਸਤਿਗੁਰੂ ਨੇ। ਕਦੀ ਭਾਈ ਜੋਧ ਜੀ ਜਿਹੜੇ ਗੁਰੂ ਨੂੰ ਸਮਰਪਿਤ ਨੇ, ਉਹਨਾਂ ਦੀ ਸੰਗਤ ਕਰਕੇ ਬਾਬਾ ਲਹਿਣਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਬਣਦੇ ਨੇ, ਗੁਰ ਅੰਗਦ ਤੱਕ ਪਹੁੰਚਦੇ ਨੇ। ਉਹ ਕਿਵੇਂ? ਇੱਕ ਸਿੱਖ ਦੀ ਸੰਗਤ ਕਰਕੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਗਏ। ਹੁਣ ਭਾਈ ਜੋਧ ਜੀ ਵਰਗਾ ਭਲਾ ਪੁਰਸ਼ ਕਿਹੜਾ ਹੋ ਸਕਦਾ? ਪਰ ਇੱਕ ਗੱਲ ਹੋਰ ਖਿਆਲ ਕਰਨ ਵਾਲੀ ਏ, ਜਿਹੜਾ ਬਚਨ ਮਹਾਰਾਜ ਨੇ ਅਗਲੀ ਪੰਕਤੀ ਵਿੱਚ ਕੀਤਾ ਹੈ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਪਰ ਜਿਨ੍ਹਾਂ ਨੇ ਭਲੇ ਪੁਰਸ਼ਾਂ ਦੀ ਫਿਰ ਨਿੰਦਿਆ ਕੀਤੀ ਹੈ, ਉਹਨਾਂ ਨੂੰ ਮਾੜਾ ਆਖਿਆ, ਉਹ ਫਿਰ ਮੁੜ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਪਏ ਨੇ। ਉਹਨਾਂ ਨੂੰ ਫਿਰ ਇੱਕ ਸਜ਼ਾ ਜਿਹੜੀ ਹੈ, ਜੰਮ ਜਾਂ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇੱਕ ਲੰਮੀ ਸਜ਼ਾ ਭੋਗਣੀ ਪੈਂਦੀ ਹੈ ਜਿਹੜੇ ਭਲੇ ਪੁਰਸ਼ਾਂ ਦੀ ਨਿੰਦਿਆ ਕਰਦੇ ਨੇ। ਤਾਂ ਸਤਿਗੁਰੂ ਪਾਤਸ਼ਾਹ ਜੀ ਬੜੀ ਰਹਿਮਤ ਕਰਦੇ ਨੇ। ਇੱਥੇ ਇੱਕ ਬਚਨ ਹੋਰ ਮਾੜਾ ਸਮਝ ਲਈ ਵੀ ਨਿੰਦਿਆ ਕਿਹਨੂੰ ਕਹਿੰਦੇ ਨੇ। ਕਿਸੇ ਮਨੁੱਖ ਦੀ ਗਲਤੀ ਨੂੰ ਵੇਖ ਕੇ ਉਹਦੇ ਮੁਖ ਤੇ ਕਹਿ ਦੇਣਾ, ਉਹ ਨਿੰਦਿਆ ਨਹੀਂ। ਸੱਚ ਕਹਿ ਦੇਣਾ ਉਹਦੇ ਮੁਖ ਤੇ, ਉਹ ਨਿੰਦਿਆ ਨਹੀਂ। ਇੰਝ ਕਹਿ ਲਓ ਵੀ ਫੁੱਲ ਨੂੰ ਫੁੱਲ ਕਹਿਣਾ ਤੇ ਕੰਡੇ ਨੂੰ ਕੰਡਾ ਕਹਿਣਾ, ਨਿੰਦਿਆ ਨਹੀਂ। ਹਾਂ, ਫੁੱਲ ਨੂੰ ਕੰਡਾ ਸਾਬਤ ਕਰ ਦੇਣਾ ਤੇ ਕੰਡੇ ਨੂੰ ਫੁੱਲ ਸਾਬਤ ਕਰਨਾ, ਇਹ ਨਿੰਦਿਆ ਹੈ। ਚੰਗੇ ਨੂੰ ਮਾੜਾ ਤੇ ਮਾੜੇ ਨੂੰ ਚੰਗਾ ਬਣਾਉਣਾ, ਇਹ ਨਿੰਦਿਆ ਹੈ। ਕਈ ਵਾਰੀ ਸੱਚ ਵੀ ਜਿਹੜਾ ਹੈ ਪਿੱਠ ਦੇ ਪਿੱਛੇ ਕੀਤਾ ਜਾਵੇ ਤਾਂ ਉਹ ਵੀ ਨਿੰਦਿਆ ਬਣ ਜਾਂਦਾ ਹੈ, ਜੇ ਸਾਹਮਣੇ ਨਾ ਕੀਤਾ ਜਾਵੇ ਤੇ। ਤਾਂ ਬੜੀ ਕਿਰਪਾ ਮਹਾਰਾਜ ਕਰ ਰਹੇ ਨੇ ਕਿ ਜਿਹੜਾ ਮਨੁੱਖ ਭਲੇ ਪੁਰਸ਼ਾਂ ਦੀ ਨਿੰਦਿਆ ਕਰਦਾ, ਉਹਨਾਂ ਨੂੰ ਨਿੰਦਦਾ ਹੈ। ਇਤਿਹਾਸ ਵਿੱਚੋਂ ਮਿਸਾਲ ਮਿਲਦੀ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਲੋਕਾਂ ਨੇ ਬੜਾ ਮਾੜਾ ਆਖਿਆ। ਸਤਿਗੁਰੂ ਪਾਤਸ਼ਾਹ ਜੀ ਨੇ ਆਪ ਗਵਾਹੀ ਦਿੱਤੀ ਇਸ ਗੱਲ ਦੀ। ਕੋਈ ਆਖੇ ਭੂਤਨਾ, ਕੋ ਕਹਿ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਵੀ ਨਿੰਦਿਆ ਕੀਤੀ। ਗੁਰੂ ਅੰਗਦ ਸਾਹਿਬ ਦੀ ਨਿੰਦਿਆ ਤਪੇ ਨੇ ਕੀਤੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਿੰਦਿਆ ਕਰਨ ਵਾਲਿਆਂ ਹੱਦ ਕਰਦੀ, ਅਕਬਰ ਦੇ ਦਰਬਾਰ ਵਿੱਚ ਜਾ ਕੇ ਸ਼ਿਕਾਇਤਾਂ ਕਰਤੀਆਂ। ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਿੰਦਿਆ ਕਰਨ ਵਾਲੇ ਹੋਏ ਨੇ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚ ਦੇ ਰਾਹ 'ਤੇ ਤੁਰਦੇ ਨੇ, ਪਰ ਉਸ ਰਾਹ 'ਤੇ ਤੁਰਦਿਆਂ ਹੋਇਆਂ ਨਿੰਦਕਾਂ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜਾ ਸੱਚ ਦਾ ਪਾਂਧੀ ਹੁੰਦਾ ਏ, ਉਹਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਕਿਸੇ ਦੇ ਭੈ ਵਿੱਚ ਰਹਿਣ ਦੀ ਲੋੜ ਨਹੀਂ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਹਨ। ਸੰਤ ਸ਼ਰਨ ਜੋ ਜਨ ਪਰੈ,
ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਵਾਲੇ ਮਨੁੱਖ ਮੁੜ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਪੈਂਦੇ ਹਨ। ਅੱਗੇ ਅਸ਼ਟਪਦੀ ਜਿਹੜੀ ਆਰੰਭ ਹੁੰਦੀ ਹੈ, ਮਹਾਰਾਜ ਰਹਿਮਤ ਕਰਦੇ ਨੇ। ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ। ਸੰਤ ਕੈ ਦੁਖਨ, ਦੁਖਨ ਦਾ ਅਰਥ ਹੁੰਦਾ ਹੈ ਕਿਸੇ ਵਿੱਚ ਦੋਖ ਵੇਖਣੇ, ਐਬ ਵੇਖਣੇ। ਹਮੇਸ਼ਾ ਹੀ ਦੂਜੇ ਵਿੱਚ ਐਬ ਵੇਖੀ ਜਾਣੇ, ਦੂਜੇ ਵਿੱਚ ਨੁਕਸ ਕੱਢੀ ਜਾਣੇ, ਦੂਜੇ ਨੂੰ ਮਾੜਾ ਕਹੀ ਜਾਣਾ, ਆਪ ਚੰਗਾ ਸਾਬਤ ਹੋਣਾ ਤੇ ਦੂਜੇ ਨੂੰ ਮਾੜਾ ਸਾਬਤ ਕਰਨਾ। ਜਿਹੜੇ ਮਨੁੱਖ ਭਲੇ ਪੁਰਸ਼ਾਂ ਨੂੰ ਮਾੜਾ ਕਹਿੰਦੇ ਨੇ, ਉਹਨਾਂ ਦੀ ਨਿੰਦਿਆ ਕਰਦੇ ਨੇ ਜਾਂ ਉਹਨਾਂ ਦੇ ਐਬ ਕੱਢਣ ਦਾ ਯਤਨ ਕਰਦੇ ਹਨ, ਮਹਾਰਾਜ ਆਖਦੇ ਨੇ ਉਹਨਾਂ ਦੀ ਉਮਰ ਘਟ ਜਾਂਦੀ ਹੈ। ਆਰਜਾ ਦਾ ਅਰਥ ਹੁੰਦਾ ਉਮਰ, ਉਹਨਾਂ ਦੀ ਉਮਰ ਘਟ ਜਾਂਦੀ ਹੈ। ਹੁਣ ਆਪ ਜੀ ਹੈਰਾਨ ਹੋਵੋਗੇ ਵੀ ਉਮਰ ਕਿਵੇਂ ਘਟ ਜਾਂਦੀ ਹੈ? ਕਿਉਂਕਿ ਸਾਰੀ ਜ਼ਿੰਦਗੀ ਉਹ ਇਸੇ ਕੰਮ ਵਿੱਚ ਲੱਗੇ ਰਹਿੰਦੇ ਨੇ ਵੀ ਚੰਗਿਆਂ ਦੀ ਹਮੇਸ਼ਾ ਨਿੰਦਿਆ ਕਰਦੇ ਰਹਿੰਦੇ ਨੇ, ਤੇ ਜਿਹੜੀ ਉਮਰ ਉਹਨਾਂ ਨੂੰ ਚੰਗਾ ਕਰਨ ਵਾਸਤੇ ਮਿਲੀ ਹੁੰਦੀ ਆ ਉਹ ਮਾੜਾ ਕੰਮ ਕਰਦਿਆਂ ਲੰਘ ਜਾਂਦੀ ਹੈ। ਉਹ ਆਪਣਾ ਸਮਾਂ ਜ਼ਿੰਦਗੀ ਦਾ ਚੰਗੇ ਪਾਸੇ ਲਾ ਹੀ ਨਹੀਂ ਪਾਉਂਦੇ, ਤੇ ਸੰਤ ਜਨ ਹਮੇਸ਼ਾ ਚੰਗੇ ਪਾਸੇ ਲੱਗੇ ਰਹਿੰਦੇ ਨੇ, ਕਦੀ ਮਾੜੇ ਪਾਸੇ ਲੱਗਦੇ ਹੀ ਨਹੀਂ। ਤਾਂ ਇਸ ਕਰਕੇ ਨਿੰਦਕ ਦੀ ਜ਼ਿੰਦਗੀ ਜਿਹੜੀ ਹੈ ਉਹ ਮਾਨੋ ਉਮਰ ਜਿਹੜੀ ਹੈ ਘਟ ਜਾਂਦੀ ਹੈ। ਉਹ ਸਾਰੀ ਜ਼ਿੰਦਗੀ ਮਾੜੇ ਹੀ ਕੰਮ ਕਰਦਾ ਰਹਿੰਦਾ ਹੈ, ਐ ਫਰੋਲਦਾ ਰਹਿੰਦਾ ਹੈ। ਤਾਂ ਮਹਾਰਾਜ ਕਹਿ ਰਹੇ ਨੇ ਸੰਤ ਕੈ ਦੁਖਨ ਆਰਜਾ ਘਟੈ। ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ। ਸੰਤ ਦੀ ਨਿੰਦਿਆ ਕਰਨ ਵਾਲਾ ਬੰਦਾ ਜਮਾਂ ਤੋਂ ਨਹੀਂ ਬਚ ਸਕਦਾ, ਭਾਵ ਵਿਕਾਰ ਉਹਨੂੰ ਆ ਕੇ ਫੜੀ ਰੱਖਦੇ ਨੇ। ਸੰਤ ਕੈ ਦੁਖਨ ਸੁਖ ਸਭ ਜਾਏ। ਸੰਤ ਜਨਾਂ ਦੀ ਨਿੰਦਿਆ ਕਰਨ ਨਾਲ ਬੰਦੇ ਦੇ ਸਾਰੇ ਦੁੱਖ ਜਿਹੜੇ ਜੀਵਨ ਵਿੱਚ ਆ ਜਾਂਦੇ ਨੇ, ਸੁੱਖ ਸਾਰੇ ਚਲੇ ਜਾਂਦੇ ਨੇ। ਇੱਕ ਵੀ ਸੁੱਖ ਉਹਦੀ ਜੀਵਨ ਵਿੱਚ ਨਹੀਂ ਰਹਿੰਦਾ। ਸੰਤ ਕੈ ਦੁਖਨ ਨਰਕ ਮੈਂ ਪਾਏ। ਉਹ ਨਰਕਾਂ ਵਿੱਚ ਪਾਇਆ ਜਾਂਦਾ ਹੈ, ਤੇ ਉਹ ਨਰਕ ਦਾ ਭਾਵ ਇੱਥੇ ਅੱਤ ਦੇ ਕਸ਼ਟਦਾਈ ਦੁੱਖਾਂ ਵਿੱਚ ਉਹਨੂੰ ਪਾਇਆ ਜਾਂਦਾ ਹੈ। ਸੰਤ ਕੈ ਦੁਖਨ ਮਤ ਹੋਏ ਮਲੀਨ। ਨਿੰਦਕ ਦੀ ਮਤ ਜਿਹੜੀ ਉਹ ਮੈਲੀ ਹੋ ਜਾਂਦੀ ਹੈ। ਨਿੰਦਿਆ ਕਰ ਕਰਕੇ ਭਲੇ ਪੁਰਸ਼ਾਂ ਦੇ ਐਬ ਫਰੋਲ ਕੇ, ਉਹਨਾਂ ਵਿੱਚ ਕਮੀਆਂ ਕੱਢ ਕੇ ਉਹ ਆਪਣੀ ਹੀ ਮਤ ਭੈੜੀ ਹੋ ਜਾਂਦੀ ਹੈ, ਮੈਲੀ ਹੋ ਜਾਂਦੀ ਹੈ। ਸੰਤ ਕੈ ਦੁਖਨ ਸ਼ੋਭਾ ਤੇ ਹੀਨ। ਉਹ ਸੰਸਾਰ ਵਿੱਚ ਆਪਣੀ ਸ਼ੋਭਾ ਗਵਾ ਲੈਂਦਾ, ਉਹਦੀ ਕੋਈ ਵਡਿਆਈ ਨਹੀਂ ਕਰਦਾ, ਨਿੰਦਕ ਨੂੰ ਕੋਈ ਚੰਗਾ ਨਹੀਂ ਕਹਿੰਦਾ, ਉਹਦੀ ਕੋਈ ਸੰਸਾਰ ਵਿੱਚ ਸ਼ੋਭਾ ਨਹੀਂ ਹੁੰਦੀ, ਕੋਈ ਉਹਦੀ ਵਡਿਆਈ ਨਹੀਂ ਕਰਦਾ। ਸੰਤ ਕੇ ਹੱਤੇ ਕੋ ਰੱਖੈ ਨਾ ਕੋਏ। ਮਹਾਰਾਜ ਆਖਦੇ ਨੇ ਜਿਹਨੂੰ ਸੰਤ ਜਨ ਫਟਕਾਰ ਦਿੰਦੇ ਨੇ ਉਹਨੂੰ ਫਿਰ ਆਪਣੇ ਕੋਲ ਕੋਈ ਬਿਠਾਉਣ ਲਈ ਰਾਜੀ ਨਹੀਂ ਹੁੰਦਾ। ਉਹਦਾ ਤੇ ਸੰਗ ਵੀ ਕੋਈ ਨਹੀਂ ਕਰਨਾ ਚਾਹੁੰਦਾ ਜਿਹੜਾ ਨਿੰਦਕ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨਾ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ, ਤੇ ਉੱਥੇ ਨਾ ਇੱਕ ਤਪਾ ਸੀ, ਤੇ ਉਹ ਤਪਾ ਬੜਾ ਲੋਭੀ ਸੀ, ਲਾਲਚੀ ਸੀ। ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਡਿਆਈ ਹੋਣ ਲੱਗੀ ਤੇ ਉਹਦੇ ਅੰਦਰ ਈਰਖਾ ਪੈਦਾ ਹੋ ਗਈ। ਉਹਨੇ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਲੋਕਾਂ ਦੇ ਵਿੱਚ, ਰੱਜ ਕੇ ਉਹਨੇ ਰੋਜ਼ ਨਿੰਦਿਆ ਕਰਨੀ। ਜਿਵੇਂ ਜਿਵੇਂ ਉਹ ਨਿੰਦਿਆ ਕਰਦਾ ਜਾਵੇ ਉੱਧਰੋਂ ਗੁਰੂ ਪਾਤਸ਼ਾਹ ਜੀ ਦੀ ਮਹਿਮਾ ਵੱਧਦੀ ਜਾਵੇ, ਵਡਿਆਈ ਹੁੰਦੀ ਜਾਵੇ। ਲੋਕਾਂ ਨੂੰ ਅਸਲ ਨਕਲ ਦਾ ਪਤਾ ਸੀ, ਸੱਚ ਕੀ ਤੇ ਝੂਠ ਕੀ ਹੈ। ਆਖਰ ਉਹ ਜਿਹੜਾ ਤਪਾ ਸੀ ਨਾ, ਸਤਿਗੁਰ ਪਾਤਸ਼ਾਹ ਜੀ ਦੇ ਦਰੋਂ ਫਟਕਾਰਿਆ ਗਿਆ। ਜਦੋਂ ਫਟਕਾਰਿਆ ਗਿਆ, ਘਰੇ ਗਿਆ, ਤੇ ਘਰ ਦੇ ਉਹਨੂੰ ਘਰੇ ਨਾ ਬਿਠਾਉਣ, ਚਾਚੇ ਮਾਮੇ ਤਾਏ ਉਹਨੂੰ ਕੋਈ ਆਪਣੇ ਕੋਲ ਨਾ ਬਿਠਾਵੇ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਸ਼ਬਦ ਉਚਾਰਨ ਕਰਤਾ ਰਾਗ ਗੌੜੀ ਦੇ ਅੰਦਰ। ਮਹਾਰਾਜ ਨੇ ਦੱਸਿਆ, ਕਹਿਣ ਲੱਗੇ ਉਹਦਾ ਜ਼ਿੰਦਗੀ ਅੱਤ ਗੰਦਗੀ ਨਾਲ ਭਰੀ ਗਈ। ਕੋਈ ਉਹਦੇ ਲਾਗੇ ਨਾ ਬੈਠੇ, ਕੋਈ ਉਹਦੇ ਨੇੜੇ ਨਾ ਬੈਠੇ, ਇੰਨੀ ਉਹ ਨਿੰਦਿਆ ਕਰਦਾ ਸੀ। ਤੇ ਨਿੰਦਕ ਦੇ ਕੋਲ ਕੋਈ ਬੈਠਣਾ ਫਿਰ ਪਸੰਦ ਨਹੀਂ ਕਰਦਾ। ਮਹਾਰਾਜ ਆਖਦੇ ਨੇ ਨਿੰਦਕ ਨੂੰ ਕੋਈ ਰੱਖਣ ਲਈ ਤਿਆਰ ਨਹੀਂ ਹੈਗਾ। ਸੰਤ ਕੈ ਦੁਖਨ ਥਾਨ ਪ੍ਰਸ਼ਟ ਹੋਏ। ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਬੰਦਾ
ਆਪਣੇ ਹਿਰਦੇ ਰੂਪੀ ਥਾਂ ਨੂੰ ਭ੍ਰਸ਼ਟ ਕਰ ਲੈਂਦਾ ਹੈ। ਜਿਵੇਂ ਆਪਾਂ ਕਹਿੰਦੇ ਹਾਂ ਨਾ, ਆ ਥਾਂ ਗੰਦੀ ਹੋ ਗਈ, ਇਸੇ ਤਰ੍ਹਾਂ ਨਿੰਦਕ ਦਾ ਹਿਰਦਾ ਅੱਤ ਦਾ ਮੈਲਾ ਤੇ ਗੰਦਾ ਹੋ ਜਾਂਦਾ ਹੈ। ਸੰਤ ਕਿਰਪਾਲ ਕਿਰਪਾ ਜੇ ਕਰੈ, ਪਰ ਜੇ ਸੰਤ ਜਨ ਕਿਰਪਾ ਦ੍ਰਿਸ਼ਟੀ ਕਰ ਦੇਣ, ਨਾਨਕ ਸੰਤ ਸੰਗ ਨਿੰਦਕ ਵੀ ਤਰੈ। ਹੇ ਨਾਨਕ, ਸੰਤ ਜਨਾਂ ਦਾ ਸੰਗ ਕਰਕੇ ਨਿੰਦਕ ਵੀ ਤਰ ਜਾਂਦੇ ਨੇ। ਇੰਨੇ ਭਲੇ ਹੁੰਦੇ ਨੇ ਸੰਤ ਜਨ। ਵੇਖੋ, ਉਹ ਈਰਖਾ ਨਹੀਂ ਕਰਦੇ, ਉਹ ਇਹ ਨਹੀਂ ਕਹਿੰਦੇ ਵੀ ਇਸ ਤੇ ਸਾਡੀ ਨਿੰਦਿਆ ਕਰਦਾ ਰਿਹਾ ਤੇ ਅਸੀਂ ਤੇਰੇ ਕੋਲ ਨਹੀਂ ਬਹਿਣਾ ਬਿਠਾਉਣਾ। ਲੋਕੀ ਭਾਵੇਂ ਨਹੀਂ ਬਿਠਾਉਂਦੇ, ਪਰ ਸੰਤ ਜਨ ਫਿਰ ਵੀ ਗੱਲ ਨਾਲ ਲਾ ਲੈਂਦੇ ਨੇ। ਇੰਨਾ ਹਿਰਦਾ ਜਿਹੜਾ ਉਹਨਾਂ ਦਾ ਕੋਮਲ ਹੁੰਦਾ, ਇੰਨਾ ਹਿਰਦਾ ਨਿਮਰ ਹੁੰਦਾ ਹੈ ਕਿ ਨਿੰਦਕ ਨੂੰ ਵੀ ਗਲੇ ਲਾ ਲੈਂਦੇ ਨੇ, ਉਹਨੂੰ ਵੀ ਪਿਆਰ ਕਰਦੇ ਨੇ। ਸੰਤ ਕੇ ਦੂਖਣ ਤੇ ਮੁਖ ਭਵੈ। ਸੰਤ ਜਨਾਂ ਦੀ ਨਿੰਦਿਆ ਕਰਨ ਵਾਲੇ ਮਨੁੱਖ ਦਾ ਮੂੰਹ ਫਟਕਾਰਿਆ ਜਾਂਦਾ, ਮੂੰਹ ਫਿਰ ਜਾਂਦਾ, ਟੇਢਾ ਹੋ ਜਾਂਦਾ ਮੂੰਹ। ਉਹਨੂੰ ਕੋਈ ਵੀ ਮੂੰਹ ਲਾਉਣ ਲਈ ਤਿਆਰ ਨਹੀਂ, ਭਾਵ ਉਹਦੀ ਸ਼ਕਲ ਵੇਖਣ ਨੂੰ ਕੋਈ ਤਿਆਰ ਨਹੀਂ ਹੁੰਦਾ। ਕਹਿੰਦੇ ਭਾਈ ਇਸ ਬੰਦੇ ਦੇ ਮੱਥੇ ਨਹੀਂ ਲੱਗਣਾ, ਕਿਉਂਕਿ ਭਲੇ ਪੁਰਸ਼ਾਂ ਦੀ ਨਿੰਦਿਆ ਕਰਦਾ ਹੈ। ਸੰਤਨ ਕੈ ਦੂਖਣ ਕਾਗ ਜਿਉ ਲਵੈ। ਮਹਾਰਾਜ ਆਖਦੇ ਵੀ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਕਾਂ ਵਰਗਾ ਹੈ। ਜਿਵੇਂ ਕਾਂ ਹਮੇਸ਼ਾ ਕਾਂ ਕਾਂ ਕਰਦਾ ਰਹਿੰਦਾ, ਨਿੰਦਕ ਵੀ ਆਪਣੇ ਮੂੰਹ ਤੋਂ ਹਮੇਸ਼ਾ ਕਾਂ ਵਾਂਗੂ ਕਾਂ ਕਾਂ ਹੀ ਕਰਦਾ ਰਹਿੰਦਾ, ਭਾਵ ਹਰ ਵੇਲੇ ਨਿੰਦਿਆ ਕਰਦਾ, ਹਰ ਵੇਲੇ ਮਾੜਾ ਕਹਿੰਦਾ। ਸੰਤਨ ਕੈ ਦੂਖਣ ਸਰਪ ਜੋਨ ਪਾਏ। ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਨਿੰਦਕ ਸੱਪ ਦੀ ਜੂਨੀ ਵਿੱਚ ਸੁੱਟਿਆ ਜਾਂਦਾ ਹੈ। ਜਿਵੇਂ ਸੱਪ ਤੜਫਦਾ ਨਾ, ਅੰਦਰ ਵਿਸ ਜ਼ਹਿਰ ਉਹਦੇ ਪਈ ਰਹਿੰਦੀ ਹੈ ਤੇ ਉਹ ਕਦੀ ਵੀ ਆਰਾਮ ਨਾਲ ਟੇਕੇ ਨਹੀਂ ਬੈਠਦਾ, ਇਸੇ ਤਰ੍ਹਾਂ ਨਿੰਦਕ ਵੀ ਟੇਕੇ ਨਹੀਂ ਬੈਠ ਸਕਦਾ। ਸੰਤ ਕੈ ਦੂਖਣ ਤ੍ਰਿਗਤ ਜੋਨ ਕਿਰਮਾਏ। ਸੰਤ ਦੀ ਨਿੰਦਿਆ ਕਰਨ ਵਾਲਾ ਨਿੰਦਕ ਭਾਈ ਟੇਢੀਆਂ ਜੂਨੀਆਂ ਦੇ ਛੋਟੇ ਛੋਟੇ ਕੀੜੇ ਜਿਹੜੇ ਹਨ, ਉਹਨਾਂ ਕੀੜਿਆਂ ਦੀ ਜੋਨੀ ਵਿੱਚ ਪਾਏ ਜਾਂਦੇ ਨੇ। ਸੰਤ ਕੈ ਦੂਖਣ ਤ੍ਰਿਸ਼ਨਾ ਮੈਂ ਜੱਲੇ। ਨਿੰਦਕ ਸਦਾ ਅੰਦਰ ਤ੍ਰਿਸ਼ਨਾ ਦੇ ਕਾਰਨ ਸੜਦਾ ਹੀ ਰਹਿੰਦਾ, ਉਹਦੇ ਅੰਦਰ ਅੱਗ ਹੀ ਲੱਗੀ ਰਹਿੰਦੀ ਹੈ। ਉਹ ਸੰਤ ਜਨਾਂ ਦੀ ਵੱਧਦੀ ਉਪਮਾ ਨੂੰ ਵੇਖ ਕੇ ਕਦੀ ਖੁਸ਼ ਨਹੀਂ ਹੋ ਸਕਦਾ। ਸੰਤ ਕੈ ਦੂਖਣ ਸਭ ਕੋ ਛੱਲੈ। ਭਾਈ ਇਹੋ ਜਿਹੇ ਬੰਦੇ ਦਾ ਭਰੋਸਾ ਨਾ ਕਰਿਓ ਜਿਹੜੇ ਭਲੇ ਪੁਰਸ਼ਾਂ ਦੀ ਨਿੰਦਿਆ ਕਰਦਾ ਹੈ, ਕਿਸੇ ਨੂੰ ਵੀ ਠੱਗ ਸਕਦਾ ਹੈ, ਉਹ ਹਰ ਕਿਸੇ ਨਾਲ ਠੱਗੀਆਂ ਮਾਰਦਾ ਹੈ। ਸੰਤ ਕੈ ਦੂਖਣ ਤੇਜ ਸਭ ਜਾਏ। ਸੰਤ ਦੀ ਨਿੰਦਿਆ ਕਰਨ ਨਾਲ ਜੀਵਨ ਵਿੱਚੋਂ ਸਾਰਾ ਪ੍ਰਤਾਪ ਚਲਾ ਜਾਂਦਾ ਹੈ, ਕੋਈ ਵੀ ਬੰਦੇ ਕੋਲ ਬਲ ਤਾਕਤ ਨਹੀਂ ਰਹਿ ਜਾਂਦੀ। ਸੰਤ ਕੈ ਦੂਖਣ ਨੀਚ ਨਿਚਾਏ। ਤੇ ਇਹੋ ਜਿਹਾ ਨਿੰਦਕ ਨੀਚਾਂ ਤੋਂ ਵੀ ਨੀਚ ਹੋ ਜਾਂਦਾ ਹੈ, ਭੈੜੇ ਤੋਂ ਵੀ ਭੈੜਾ, ਅੱਤ ਦਾ ਮਾੜਾ ਹੋ ਜਾਂਦਾ ਹੈ। ਸੰਤ ਦੁਖੀ ਕਾ ਥਾਉ ਕੋ ਨਾਹੇ। ਭਾਈ ਇਹੋ ਜਿਹੇ ਦੁਖੀ ਨਿੰਦਕ ਦਾ ਕੋਈ ਸਹਾਰਾ ਦੁਨੀਆ ਵਿੱਚ ਨਹੀਂ ਰਹਿੰਦਾ। ਕਦੀ ਇੱਥੇ ਟੱਕਰਾਂ ਖਾਂਦਾ, ਕਦੀ ਉੱਥੇ ਟੱਕਰਾਂ ਖਾਂਦਾ, ਹੁੰਦਾ ਕੋਈ ਸਹਾਰਾ ਨਹੀਂ। ਨਾਨਕ ਸੰਤ ਭਾਵੇ ਤਾਂ ਓਏ ਵੀ ਗਤ ਪਾਹੇ। ਪਰ ਇਹ ਨਾਨਕ ਸੰਤ ਦਾ ਹਿਰਦਾ ਬੜਾ ਕਮਾਲ ਹੈ ਕਿ ਜੇ ਇਹੋ ਜਿਹਾ ਦੁਖੀ ਸੰਤ ਦੀ ਸ਼ਰਨ ਵਿੱਚ ਆ ਜਾਵੇ ਤਾਂ ਉਹਦਾ ਵੀ ਭਲਾ ਹੋ ਜਾਂਦਾ, ਉੱਚੀ ਆਤਮਿਕ ਅਵਸਥਾ ਹਾਸਲ ਹੋ ਜਾਂਦੀ ਹੈ। ਸੰਤ ਕਾ ਨਿੰਦਕ ਮਹਾ ਅਤ ਤਾਈ। ਸੰਤ ਦੀ ਨਿੰਦਿਆ ਕਰਨ ਵਾਲਾ ਨਿੰਦਕ ਅੱਤ ਚੁੱਕੀ ਰੱਖਦਾ, ਹਮੇਸ਼ਾ ਹੀ ਉਹਨੇ ਨਿੰਦਿਆ ਕਰਨੀ ਹੈ। ਹਰ ਵੇਲੇ ਬਸ ਉਹਦਾ ਧਿਆਨ ਇਸ ਪਾਸੇ ਰਹਿੰਦਾ ਵੀ ਮੈਂ ਕਦੋਂ ਕੋਈ ਮਾੜਾ ਵੇਖਾਂ, ਕਦੋਂ ਮੈਂ ਕੋਈ ਕਮੀ ਵੇਖਾਂ ਤੇ ਉਸੇ ਵੇਲੇ ਬੋਲਾਂ। ਇਹ ਸੁਭਾਅ ਬਣ ਜਾਂਦਾ ਨਿੰਦਕ ਦਾ। ਸੰਤ ਕਾ ਨਿੰਦਕ ਖਿਨ ਟਿਕ ਨਾ ਪਾਈ। ਉਹ ਟਿਕ ਕੇ ਨਹੀਂ ਬਹਿ ਸਕਦਾ, ਬਸ ਦੌੜੇ ਹੀ ਫਿਰਦਾ, ਭੱਜਦਾ ਹੀ ਹੈ ਬਸ। ਸੰਤ ਕਾ ਨਿੰਦਕ ਮਹਾ ਹਥਿਆਰਾ। ਸੰਤ ਜਨਾਂ ਦਾ ਦੁਖੀ ਇੱਕ ਦਿਨ ਅੱਤ ਦਾ ਜ਼ਾਲਮ ਬਣ ਜਾਂਦਾ ਹੈ, ਜ਼ਾਲਮ ਬਿਰਤੀ ਵਾਲਾ। ਪ੍ਰਹਿਲਾਦ ਵਰਗੇ ਸੰਤ ਜਨ ਪਿਤਾ ਅੱਤ ਦਾ ਜ਼ਾਲਮ ਬਣ ਗਿਆ, ਇੰਨਾ ਜ਼ਾਲਮ ਬਣ ਗਿਆ ਬਈ ਉਹ ਮਾਰਨ ਤੇ ਆ ਗਿਆ, ਕਹਿੰਦਾ ਵੀ ਮੈਂ ਤੈਨੂੰ ਛੱਡਣਾ ਹੀ ਨਹੀਂ ਆਪਣੇ ਪੁੱਤਰ ਨੂੰ। ਹੁਣ ਪ੍ਰਹਿਲਾਦ ਜਿਹੜੇ ਉਹਨੂੰ ਇੱਕ ਸੰਤ ਦੀ ਅਵਸਥਾ ਦੇ ਮਾਲਕ ਸਨ, ਭਰੋਸਾ ਸੀ ਰੱਬ ਤੇ, ਪਰ ਪਿਤਾ ਜ਼ਾਲਮ ਬਣ ਗਿਆ। ਮਹਾਰਾਜ ਆਖਦੇ ਨੇ ਸੰਤ ਕਾ ਨਿੰਦਕ ਮਹਾ ਹਥਿਆਰਾ। ਮਾਰਨ ਤੱਕ ਚਲਾ ਜਾਂਦਾ ਹੈ, ਜ਼ਾਲਮ ਬਿਰਤੀ ਵਾਲਾ ਬਣ ਜਾਂਦਾ ਹੈ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਪਰ ਜਿਹੜਾ ਫਿਰ ਸੰਤ ਜਨਾਂ ਵੱਲ ਉਂਗਲੀ ਚੁੱਕਦਾ ਹੈ, ਫਿਰ ਅੱਗੋਂ ਰੱਬ ਫਿਰ ਉਹਦਾ ਵੀ ਨਿਪਟਾਰਾ ਕਰ ਦਿੰਦਾ।
ਜਿਹੜਾ ਫਿਰ ਸੰਤ ਜਨਾਂ ਨੂੰ ਖਤਮ ਕਰਨ ਤੇ ਜਾਂਦਾ ਫਿਰ ਰੱਬ ਵੀ ਉਹਨੂੰ ਬਖਸ਼ਦਾ ਨਹੀਂ। ਐਸਾ ਹੀ ਹੋਇਆ, ਪ੍ਰਹਿਲਾਦ ਨੂੰ ਮਾਰਨ ਆਇਆ ਸੀ ਹਰਨਾਕਸ਼, ਪਰ ਬਦਲੇ ਵਿੱਚ ਆਪ ਮਾਰਿਆ ਗਿਆ। ਜਿਹੜਾ ਸੰਤ ਜਨਾਂ ਨੂੰ ਖਤਮ ਕਰਨ ਦੀ ਮਨ ਵਿੱਚ ਲਾਲਸਾ ਫਿਰ ਰੱਖਦਾ, ਜ਼ਾਲਮ ਬਿਰਤੀ ਲੈ ਕੇ ਆਉਂਦਾ, ਉਹਦਾ ਆਪਣਾ ਵੀ ਹਾਲ ਫਿਰ ਮਾੜਾ ਹੁੰਦਾ ਹੈ। ਸੰਤ ਕਾ ਨਿੰਦਕ ਰਾਜ ਤੇ ਹੀਨ, ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਵਾਲਾ ਮਨੁੱਖ ਦੁਨੀਆ ਦੇ ਸੁੱਖ ਗਵਾ ਲੈਂਦਾ ਹੈ। ਜਿਵੇਂ ਰਾਜ ਭਾਗ ਦੁਨੀਆ ਵਿੱਚ ਮਿਲਣਾ ਹੁੰਦਾ, ਉਹਨੂੰ ਕੁਛ ਨਹੀਂ ਮਿਲਦਾ। ਸੰਤ ਕਾ ਨਿੰਦਕ ਦੁਖੀਆ ਅਰਦੀਨ, ਉਹ ਅੱਤ ਦਾ ਦੁਖੀ ਹੋ ਜਾਂਦਾ, ਗਰੀਬ ਹੋ ਜਾਂਦਾ, ਉਹਦੇ ਪੱਲੇ ਕੁਛ ਨਹੀਂ ਰਹਿੰਦਾ। ਸੰਤ ਕੇ ਨਿੰਦਕ ਕੋ ਸਰਬ ਰੋਗ, ਤੇ ਇਹੋ ਜਿਹੇ ਨਿੰਦਕ ਨੂੰ ਇੱਕ ਸਮਾਂ ਉਹ ਹੁੰਦਾ ਜਦੋਂ ਰੋਗ ਹੀ ਰੋਗ ਲੱਗ ਜਾਂਦੇ ਨੇ, ਵੱਡਾ ਰੋਗੀ ਹੋ ਜਾਂਦਾ ਅੱਤ ਦਾ। ਸੰਤ ਕੇ ਨਿੰਦਕ ਕੋ ਸਦਾ ਵਿਜੋਗ, ਤੇ ਐਸਾ ਮਨੁੱਖ ਸਦਾ ਰੱਬ ਤੋਂ ਵਿਛੜਿਆ ਰਹਿੰਦਾ ਹੈ। ਕਿਉਂਕਿ ਭਲੇ ਪੁਰਸ਼ਾਂ ਦੀ ਸੰਗਤ ਕਰਕੇ ਤੇ ਰੱਬ ਦਾ ਮਿਲਾਪ ਹੋਣਾ ਹੈ, ਤੇ ਉਹ ਉਹਨਾਂ ਦੀ ਨਿੰਦਿਆ ਕਰਦਾ ਰਹਿੰਦਾ ਹੈ, ਇਸ ਕਰਕੇ ਰੱਬ ਤੋਂ ਵੀ ਵਿਛੜਿਆ ਰਹਿੰਦਾ ਹੈ। ਸੰਤ ਕੀ ਨਿੰਦਾ ਦੋਖ ਮੈਂ ਦੋਖ, ਭਲੇ ਪੁਰਸ਼ਾਂ ਦੀ ਨਿੰਦਿਆ ਦੋਖ ਵਿੱਚੋਂ ਵੱਡਾ ਦੋਖ ਹੈ, ਮਾੜੇ ਤੋਂ ਮਾੜਾ ਕੰਮ ਹੈ ਭਾਈ ਭਲੇ ਪੁਰਸ਼ਾਂ ਦੀ ਨਿੰਦਿਆ ਕਰਨੀ। ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ, ਪਰ ਇਹ ਨਾਨਕ ਸੰਤ ਜਨ ਕਿੰਨੇ ਚੰਗੇ ਹਨ। ਜੇ ਕੋਈ ਇਹੋ ਜਿਹਾ ਭੈੜੇ ਤੋਂ ਭੈੜਾ ਮਨੁੱਖ ਵੀ ਉਹਨਾਂ ਦੀ ਸ਼ਰਨ ਵਿੱਚ ਆ ਜਾਵੇ ਤਾਂ ਭਾਈ ਉਹਨੂੰ ਵੀ ਮੁਕਤੀ ਮਿਲ ਜਾਂਦੀ ਹੈ। ਸੰਤ ਜਨ ਉਹਦੇ ਵੀ ਜੀਵਨ ਨੂੰ ਬੰਧਨਾਂ ਵਿੱਚੋਂ ਕੱਟ ਦਿੰਦੇ ਹਨ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਅਪਵਿੱਤਰ ਜੀਵਨ ਵਾਲਾ ਹੋ ਜਾਂਦਾ। ਉਹਦੇ ਜੀਵਨ ਵਿੱਚ ਇੱਕ ਵੀ ਚੰਗਿਆਈ ਨਹੀਂ ਰਹਿੰਦੀ, ਬੁਰਾਈਆਂ ਨਾਲ ਜੀਵਨ ਭਰ ਜਾਂਦਾ ਹੈ। ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ, ਇਸ ਕਰਕੇ ਭਾਈ ਉਹ ਨਿੰਦਕ ਕਿਸੇ ਦਾ ਮਿੱਤਰ ਨਹੀਂ ਹੋ ਸਕਦਾ, ਕਿਸੇ ਦਾ ਸਕਾ ਨਹੀਂ ਹੋ ਸਕਦਾ। ਸੰਤ ਕੇ ਦੋਖੀ ਕੋ ਡਾਨ ਲੱਗੈ, ਇਹੋ ਜਿਹੇ ਨਿੰਦਕ ਨੂੰ ਧਰਮ ਰਾਜ ਫਿਰ ਡੰਨ ਲਾਉਂਦਾ, ਸਜ਼ਾ ਲਾਉਂਦਾ। ਭਾਈ ਸਾਰੀ ਜ਼ਿੰਦਗੀ ਤੂੰ ਮਾੜੇ ਕੰਮ ਕੀਤੇ ਨੇ, ਆ ਹੁਣ ਆ ਵੇਖ, ਆ ਤੂੰ ਭੈੜੇ ਕੰਮ ਕੀਤੇ, ਤੂੰ ਚੰਗਿਆਂ ਨੂੰ ਮਾੜਾ ਕਹਿੰਦਾ ਰਿਹਾ ਸਾਰੀ ਜ਼ਿੰਦਗੀ, ਤਾਂ ਉਹਨੂੰ ਸਜ਼ਾ ਲੱਗਦੀ ਹੈ, ਫਿਰ ਉਹਨੂੰ ਸਜ਼ਾ ਭੋਗਣੀ ਪੈਂਦੀ ਹੈ। ਸੰਤ ਕੋ ਦੋਖੀ ਕੋ ਸਭ ਤਿਆਗੈ, ਤਾਂ ਇਹੋ ਜਿਹੇ ਨਿੰਦਕ ਨੂੰ ਫਿਰ ਸਭ ਤਿਆਗ ਦਿੰਦੇ ਨੇ, ਕੋਈ ਸਾਥੀ ਨਹੀਂ, ਕੋਈ ਸਹਾਰਾ ਨਹੀਂ, ਕੋਈ ਮਿੱਤਰ ਨਹੀਂ। ਉਹ ਕਹਿੰਦੇ ਅਸੀਂ ਤੇਰੇ ਤੋਂ ਦੂਰ ਹੀ ਚੰਗੇ ਹਾਂ। ਸੰਤ ਕਾ ਦੋਖੀ ਮਹਾ ਹੰਕਾਰੀ, ਤੇ ਉਹਦਾ ਕਾਰਨ ਹੈ ਕਿ ਉਹ ਹੰਕਾਰ ਨਾਲ ਭਰ ਜਾਂਦਾ, ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਉਹ ਅੰਦਰੋਂ ਅੱਤ ਦੀ ਹਉਮੈ ਨਾਲ ਭਰਿਆ ਹੁੰਦਾ ਹੈ। ਸੰਤ ਕਾ ਦੋਖੀ ਸਦਾ ਵਿਕਾਰੀ, ਤੇ ਵਿਕਾਰਾਂ ਦੇ ਵਿੱਚ ਸਦਾ ਲੀਨ ਹੋਇਆ ਰਹਿੰਦਾ ਹੈ, ਔਗਣਾਂ ਵਿੱਚ ਫਸਿਆ ਰਹਿੰਦਾ ਹੈ। ਸੰਤ ਕਾ ਦੋਖੀ ਜਨਮੈ ਮਰੈ, ਹੁੰਦਾ ਕੀ ਹੈ, ਜਨਮ ਹੁੰਦਾ ਹੈ, ਮਰ ਜਾਂਦਾ ਹੈ, ਫਿਰ ਮਰਦਾ ਹੈ, ਫਿਰ ਜਨਮ ਹੁੰਦਾ ਹੈ। ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਤਾਂ ਸੁੱਖਾਂ ਤੋਂ ਦੂਰ ਹੋ ਜਾਂਦਾ ਹੈ, ਦੁੱਖਾਂ ਦੇ ਵਿੱਚ ਉਹਦਾ ਜੀਵਨ ਬਤੀਤ ਹੁੰਦਾ ਹੈ। ਸੰਤ ਕੇ ਦੋਖੀ ਕੋ ਨਾਹੀ ਠਾਓ, ਮਹਾਰਾਜ ਕਹਿ ਰਹੇ ਨੇ ਸੰਤ ਜਨਾਂ ਦੀ ਨਿੰਦਿਆ ਕਰਨ ਵਾਲੇ ਬੰਦੇ ਨੂੰ ਕੋਈ ਥਾਂ ਨਹੀਂ ਮਿਲਦੀ, ਕੋਈ ਟਿਕਾਣਾ ਨਹੀਂ ਮਿਲਦਾ, ਕੋਈ ਸਹਾਰਾ ਨਹੀਂ ਮਿਲਦਾ। ਭਾਈ ਉਹ ਤਾਂ ਖੁਆਰ ਹੀ ਹੁੰਦਾ ਰਹਿੰਦਾ ਹੈ। ਨਾਨਕ ਸੰਤ ਪਾਵੈ ਤਾਂ ਲਏ ਮਿਲਾਏ, ਹੇ ਨਾਨਕ ਇੰਜ ਆ ਕਿ ਸੰਤ ਜਨ ਕਿੰਨੇ ਚੰਗੇ ਹਨ, ਜੇ ਉਹਨਾਂ ਨੂੰ ਭਾ ਜਾਵੇ ਤਾਂ ਉਹਨੂੰ ਵੀ ਆਪਣੇ ਨਾਲ ਮਿਲਾ ਲੈਂਦੇ ਹਨ। ਤਾਂ ਇਹ ਵੇਖੋ ਸੰਤ ਜਨਾਂ ਦਾ ਸੁਭਾਅ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਭਲੇ ਪੁਰਸ਼ ਕਦੀ ਆਪਣੀ ਚੰਗਿਆਈ ਨਹੀਂ ਛੱਡਦੇ, ਉਹ ਬਲਕਿ ਮਾੜਿਆਂ ਨੂੰ ਵੀ ਆਪਣੇ ਵਿੱਚ ਮਿਲਾਉਣ ਦਾ ਯਤਨ ਕਰਦੇ ਨੇ। ਕਹਿੰਦੇ ਇਹਦਾ ਵੀ ਜੀਵਨ ਚੰਗਾ ਆ ਜਾਵੇ। ਉਹ ਭੈੜਿਆਂ ਨੂੰ ਵੇਖ ਕੇ ਬਲਕਿ ਹੋਰ ਜ਼ਿਆਦਾ ਨਿਰਾਸ਼ ਹੁੰਦੇ ਨੇ ਵੀ ਇਹਨਾਂ ਦਾ ਜੀਵਨ ਵੇਖੋ ਕਿੰਨਾ ਮਾੜਾ ਹੋ ਗਿਆ, ਇਹਨਾਂ ਦੀ ਦਸ਼ਾ ਕੀ ਹੋ ਗਈ। ਉਹ ਚਾਹੁੰਦੇ ਨੇ ਵੀ ਇਹ ਚੰਗੇ ਹੋ ਜਾਣ, ਇਹਨਾਂ ਦਾ ਜੀਵਨ ਚੰਗਾ ਹੋਵੇ। ਮਾੜਿਆਂ ਨੂੰ ਵੀ ਚੰਗਿਆਂ ਸੋਚਦੇ ਨੇ ਸੰਤ ਜਨ, ਤੇ ਜਿਹੜਾ ਮਾੜਾ ਹੈ ਉਹ ਮਾੜਾ ਹੀ ਸੋਚਦਾ ਚੰਗਿਆਂ ਦੇ ਪ੍ਰਤੀ। ਤਾਂ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਬਚਨਾਂ ਅੰਦਰ ਸਾਨੂੰ ਸਮਝਾਉਣਾ ਕੀਤਾ ਵੀ ਕਦੀ ਵੀ ਜ਼ਿੰਦਗੀ ਅੰਦਰ ਭਲੇ ਮਨੁੱਖਾਂ ਦੀ ਨਿੰਦਿਆ ਨਾ ਕਰੋ, ਬਲਕਿ ਚੰਗੇ ਨੂੰ ਚੰਗਾ ਆਖੋ, ਉਹਦੀ ਵਡਿਆਈ ਕਰੋ, ਉਹਦੀ ਸਿਫਤ ਕਰੋ
क्योंकि चंगा मनुख जिहड़ा सानू एक चंगा जीवन दे सकदा है, अपने जीवन विचों चंगियाई दे के साडे जीवन नूं चंगियाईयां नाल भर सकदा है। इस करके आपां भले पुरुषां दी संगत करनी है ते आपां उन्हां कोलों चंगियाई लैके ते अपने जीवन नूं सुगंधी दे नाल भरना है। महाराज किरपा करन सबना दी हाज़री प्रवान होवे। होइयां भुल्लां चुकां दी खिमा। वाहिगुरू जी का खालसा वाहिगुरू जी की फतेह।